ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੋ ਜੌਲ ਸਾਹਿਬ ਇਸ ਵੇਲੇ ਲਾਈਵ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ। ਆਓ ਫਿਰ ਕੁਝ ਖੱਟੀਆਂ ਮਿੱਠੀਆਂ ਨਿਊਜ਼ ਲੈ ਕੇ ਹਾਜ਼ਰ ਨੇ। ਜੌਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੋਸ਼, ਸਤਿ ਸ੍ਰੀ ਅਕਾਲ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ। ਜੌਲ ਸਾਹਿਬ ਕਾਫੀ ਨਿਊਜ਼ ਦੇਖਣ ਨੂੰ ਇਸ ਜਦੋਂ ਸਰਕਾਰ ਨੇ ਜਾਂ ਫੋਰਡ ਸਾਹਿਬ ਨੇ ਕੱਲ੍ਹ ਅਨਾਊਂਸ ਕੀਤੇ ਕੁਛ ਇੱਕ ਰਿਸਟ੍ਰਿਕਸ਼ਨਸ ਐਂਡ ਬਹੁਤ ਵੱਡੀ ਤਾਦਾਦ ਦੇ ਵਿੱਚ ਸਵਾਲ ਵੀ ਪੈਦਾ ਹੋ ਰਹੇ ਸਨ ਕਿ ਵਾਟ ਇਜ਼ ਦ ਨੀਡ ਆਫ ਦਿਸ। ਹਾਲੇ ਤੱਕ ਕੇਸਿਸ ਹੀ ਨਹੀਂ ਆ ਰਹੇ ਜਾਂ ਕਾਫੀਆਂ ਦੇ ਕੁਛ ਇੱਕ ਆਪਣੇ ਰਾਏ ਸੀ, ਪਰੰਤੂ ਤੁਹਾਡਾ ਕੀ ਕਹਿਣਾ ਹੈ ਜੋ ਕੱਲ੍ਹ ਦੇ ਵਿੱਚ ਜੋ 50% ਕਪੈਸਿਟੀ ਕਰ ਦਿੱਤੇ ਨੇ ਕਾਫੀ ਹਾਲਾਂ ਦੇ ਵਿੱਚ ਐਂਡ ਕੈਨੇਡੀਅਨਸ ਨੂੰ ਐਡਵਾਈਜ਼ ਕੀਤਾ ਗਿਆ ਕਿ ਨਾਟ ਟੂ ਟਰੈਵਲ ਇੰਟਰਨੈਸ਼ਨਲੀ। ਕੀ ਇਹ ਹਿੰਟ ਦੇ ਰਹੇ ਆ ਸਾਨੂੰ ਕਿ ਇੰਟਰਨੈਸ਼ਨਲ ਫਲਾਈਟਾਂ ਇੱਕ ਵਾਰੀ ਫਿਰ ਤੋਂ ਬੰਦ ਹੋ ਰਹੀਆਂ ਨੇ? ਹਰਸ਼, ਇਸ ਤਰ੍ਹਾਂ ਤੇ ਸਭ ਤੋਂ ਪਹਿਲਾਂ ਤੇ ਇਹ ਲੱਗਦਾ ਵੀ ਗਵਰਨਮੈਂਟਸ ਦਾ ਸਾਰਾ ਦਿਨ ਹੀ ਕੱਲ ਇਸ ਕੰਮ ਤੇ ਹੀ ਲੱਗ ਗਿਆ ਵੀ ਓਮੀਕਰੋਨ ਨੂੰ ਸੰਭਾਲਣਾ। ਆਪਾਂ ਫਿਰ ਦੇਖਿਆ ਵੀ ਕੁਛ ਜਿਹੜੀਆਂ ਰਿਸਟ੍ਰਿਕਸ਼ਨਸ ਆ ਕੁਬੈਕ 'ਚ ਅਨਾਊਂਸ ਹੋਈਆਂ, ਪ੍ਰਿੰਸ ਐਡਵਰਡ ਆਈਲੈਂਡ 'ਚ ਵੀ ਅਨਾਊਂਸ ਹੋਈਆਂ, ਇੱਥੇ ਓਨਟਾਰੀਓ 'ਚ ਵੀ ਹੋਈਆਂ। ਅਲਬਰਟਾ ਨੇ ਬਹੁਤੀ ਪਰਵਾਹ ਨਹੀਂ ਕੀਤੀ। ਉਧਰ ਫੈਡਰਲ ਗਵਰਨਮੈਂਟ ਤੇ ਵੀ ਕਾਫੀ ਪ੍ਰੈਸ਼ਰ ਸੀਗਾ। ਪ੍ਰਾਈਮ ਮਿਨਿਸਟਰ ਦੀ ਜਿਹੜੀ ਪ੍ਰੀਮੀਅਰ ਦੇ ਨਾਲ ਮੀਟਿੰਗ ਤੋਂ ਬਾਅਦ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਜਿਹੜਾ ਜੀ ਹੈਲਥ ਮਿਨਿਸਟਰ ਜੀਨ ਵੇਸਟੁਕਲੋਸ ਉਹਨਾਂ ਨੇ ਫਿਰ ਅਨਾਊਂਸ ਕੀਤੀਆਂ ਕੁਝ ਰਿਸਟ੍ਰਿਕਸ਼ਨਸ ਆ, ਜਿਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਸ਼ਾਮਲ ਸੀ ਗੱਲ ਵੀ ਤੁਸੀਂ ਬਿਨਾਂ ਲੋੜ ਤੋਂ ਕੈਨੇਡਾ ਛੱਡ ਕੇ ਬਾਹਰ ਵਿਦੇਸ਼ ਵਿੱਚ ਨਹੀਂ ਜਾਣਾ, ਜਿਹਨੂੰ ਆਪਾਂ ਨੋਨ ਅਸੈਂਸ਼ੀਅਲ ਕਹਿ ਦਿੰਦੇ ਹਾਂ ਵੀ ਐਜ਼ ਲੌਂਗ ਐਜ਼ ਵੀ ਕੋਈ ਕਨਵਿੰਸਿੰਗ ਐਮਰਜੈਂਸੀ ਨਹੀਂ ਹੈਗੀ ਵੀ ਤੁਸੀਂ ਜਿਹੜਾ ਆਪਣੇ ਘਰੇ ਰਹਿਣ ਦੀ ਕੋਸ਼ਿਸ਼ ਕਰਨੀ ਆ ਵੱਧ ਤੋਂ ਵੱਧ, ਤੇ ਛੁੱਟੀਆਂ ਦੇ ਸਮੇਂ 'ਚ ਜੇ ਗੈਦਰਿੰਗ ਵੀ ਕਰਨੀ ਆ ਤੇ ਉਹ 20 ਬੰਦਿਆਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਤੇ ਇਸ ਲਿਹਾਜ਼ ਨਾਲ ਇਹ ਹੈ ਜੀ ਵੀ ਆਪਾਂ ਦੇਖ ਰਹੇ ਹਾਂ ਵੀ ਜੋ ਸਿਚੁਏਸ਼ਨ ਹੈ ਵੀ ਲੋਕਲੀ ਕੁਝ ਇੱਕ ਡਿਸੀਜ਼ਨਸ ਆ। ਕਿੰਗਸਟਨ ਦਾ ਆਪਾਂ ਸ਼ੇਅਰ ਕੀਤਾ ਸੀ ਵੀ 5 ਤੋਂ ਜ਼ਿਆਦਾ ਇਕੱਤਰ ਨਹੀਂ ਹੋ ਸਕਦੇ, ਇੱਦਾਂ ਦੀਆਂ ਗੱਲਾਂ ਬਾਤਾਂ। ਪਰ ਓਨਟਾਰੀਓ ਨੇ ਜਿਹੜੀਆਂ ਕੱਲ੍ਹ ਜਾਣੀ ਦੋ ਮੇਨ ਗੱਲਾਂ ਕੀਤੀਆਂ ਸੀਗੀਆਂ ਉਹ ਅਰਸ਼ ਇਹੀ ਸੀ ਵੀ ਇੱਕ ਤਾਂ ਜਿਹੜਾ ਇਹ ਬੂਸਟਰ ਸ਼ਾਟ ਆ ਵੀ ਜਿੰਨੇ ਜਾਣੀ ਕਿ ਕੱਲ੍ਹ ਕੇਸ ਆਏ ਸੀਗੇ COVID-19 ਦੇ 1800 ਵੀ 1808 ਆਏ ਸੀਗੇ, ਉਹਨਾਂ ਵਿੱਚੋਂ ਜਾਣੀ 1000 ਤੋਂ ਵੱਧ ਉਹ ਸੀ ਜਿਹੜੇ ਫੁੱਲੀ ਵੈਕਸੀਨੇਟਡ ਸੀਗੇ ਜੀ। ਹੁਣ ਤੁਸੀਂ ਦੇਖੋ ਵੀ ਉਹ 1800 ਤੋਂ ਵੱਧ ਕੇ ਅੱਜ ਆਪਾਂ 2421 ਤੇ ਚੱਲ ਗਏ ਆ। ਅੱਜ ਦੇ ਜਿਹੜੇ 24 ਘੰਟਿਆਂ 'ਚ ਓਨਟਾਰੀਓ 'ਚ ਕੇਸ ਰਿਪੋਰਟ ਹੋਏ ਆ ਉਹ 2400 ਤੋਂ ਵੱਧ ਆ। ਉਹ ਹੁਣ ਮਤਲਬ ਇਹ ਮਈ ਮਹੀਨਾ ਸੀਗਾ ਜਿਹੜਾ ਬਹੁਤ ਮਾਰ ਜ਼ਿਆਦਾ ਪੈ ਰਹੀ ਸੀ ਉਦੋਂ ਇਹਦੀ ਕੋਵਿਡ ਦੀ, ਉਦੋਂ ਜਾਣੀ ਕਿ 2400 ਕੇਸ ਆਏ ਸੀਗੇ। ਉਸ ਤੋਂ ਬਾਅਦ ਆਪਾਂ ਡਾਊਨ ਗਏ ਆ। ਕਹਿਣ ਦਾ ਮਤਲਬ ਵੀ ਯੂ ਟਰਨ ਹੀ ਲਗਭਗ ਲੱਗਦੀ ਆ ਇਹ। ਭਾਵੇਂ ਕਿ ਓਮੀਕਰੋਨ ਓਨਾ ਮਾਰੂ ਨਹੀਂ ਜਿੰਨਾ ਕਿ ਡੈਲਟਾ ਸੀਗਾ। ਵੀ ਡੈਥ ਵਗੈਰਾ ਸਾਡੇ ਇੱਥੇ ਕੈਨੇਡਾ 'ਚ ਅਜੇ ਤੱਕ ਕੋਈ ਨਹੀਂ ਹੋਈ ਆ, UK 'ਚ ਇੱਕ ਹੋਈ ਆ। ਤੇ ਹੌਸਪੀਟਲ ਦੇ ਵਿੱਚ ਮਤਲਬ ਵੀ ਸਟੇਬਲ ਆ ਸਿਚੁਏਸ਼ਨ, ਕੋ ਬਹੁਤ ਜ਼ਿਆਦਾ ਲੋਕ ਨਹੀਂ ਉੱਥੇ ਦਾਖਲ ਹੋ ਰਹੇ ਜਿੱਦਾਂ ਡੈਲਟਾ ਕਰਕੇ ਪਹਿਲਾਂ ਹੋ ਰਹੇ ਸੀਗੇ। ਪਰ ਉਹਦੇ ਬਾਵਜੂਦ ਵੀ ਜੇ ਇੱਕ ਵਾਰੀ ਲੱਗ ਗਿਆ 14 ਦਿਨ ਲਈ ਤੇ ਬਚ ਗਏ ਨਾ, ਆਈਸੋਲੇਸ਼ਨ ਦੇ ਵਿੱਚ ਜਾਣਾ ਪੈਣਾ। ਤੇ ਜੇ ਉਹ ਮਤਲਬ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਜਿਹੜੇ ਲੋਕ ਹੈਗੇ ਆ ਵਰਕਰ ਆ ਵੀ ਉਹਨਾਂ ਨੂੰ ਜੇ ਜ਼ਿਆਦਾ ਇੱਦਾਂ ਫੈਲਣਾ ਸ਼ੁਰੂ ਹੋ ਜੇ, ਲੱਗਣਾ ਸ਼ੁਰੂ ਹੋ ਜੇ, ਤੇ ਫਿਰ ਇਹ ਅਸੈਂਸ਼ੀਅਲ ਸਰਵਿਸਿਜ਼ ਮੇਨਟੇਨ ਰੱਖਣਾ ਔਖਾ ਹੋ ਜਾਊਗਾ। ਸੋ ਕੁੱਲ ਮਿਲਾ ਕੇ ਸਾਰੀ ਸਿਚੁਏਸ਼ਨ ਦੇ ਵਿੱਚ ਫਿਰ ਇਹੀ ਆ ਵੀ ਇੱਕ ਤਾਂ ਇਹ ਕੀਤਾ ਗਿਆ ਵੀ ਹੁਣ 4 ਜਨਵਰੀ ਤੱਕ ਨਾ ਉਡੀਕੀਏ ਤੇ ਜਿਹੜੀ ਇਹ ਬੂਸਟਰ ਸ਼ਾਟ ਆ ਇਹ ਜਿੰਨੀ ਛੇਤੀ ਹੋ ਸਕਦਾ ਅਵੇਲੇਬਲ ਕਰਵਾਈਏ ਸਾਰਿਆਂ ਨੂੰ ਹੀ। 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ ਸ਼ਨੀਚਰਵਾਰ ਤੋਂ ਜਿਹੜਾ ਜੀ ਅਪੁਆਇੰਟਮੈਂਟ ਸਿਸਟਮ ਖੁੱਲ ਜਾਣਾ ਆਪਣੇ ਇੱਥੇ ਪ੍ਰੋਵਿੰਸ ਦੇ ਵਿੱਚ, ਤੇ ਸਾਰਿਆਂ ਨੂੰ ਜਿਹੜਾ ਬੂਸਟਰ ਸ਼ਾਟ ਆ ਉਹ ਅਵੇਲੇਬਲ ਕੀਤਾ ਜਾ ਰਿਹਾ। ਤੀਜਾ ਟੀਕਾ ਇਹ ਕੋਵਿਡ ਦਾ। ਇਹਦੇ ਨਾਲ ਹੀ ਜਿਹੜੀ ਕਪੈਸਿਟੀ ਜਾਣੀ ਲਿਮਿਟ ਤੁਸੀਂ ਦੱਸੀ ਆ ਵੀ ਉਹ ਕੋਈ ਆਮ ਵਿਅਕਤੀ ਲੋਕਾਂ ਨੂੰ ਸ਼ਾਇਦ ਘੱਟ ਪ੍ਰਭਾਵਿਤ ਕਰੇ, ਕਿਉਂਕਿ ਜਦੋਂ ਤੁਸੀਂ ਫਿਰ ਰਹਿਣਾ ਹੀ ਘਰੇ ਹੀ ਆ ਤੇ ਫਿਰ ਤੁਸੀਂ ਸਟੇਡੀਅਮ ਵਿੱਚ ਉੱਥੇ ਖੇਡਾਂ ਦੇਖਣ ਥੋੜ੍ਹੋ ਜਾਣਾ, ਫਿਰ ਤੁਸੀਂ ਸਿਨੇਮਾ ਦੇਖਣ ਥੋੜ੍ਹੋ ਜਾਣਾ, ਜਾਣੀ ਉਹ ਤੇ ਆਪੇ ਹੀ ਬੰਦ ਵਾਲੀ ਸਥਿਤੀ ਹੋ ਜਾਣੀ ਹੈ ਜਦੋਂ ਐਡਵਾਈਜ਼ ਹੀ ਤੁਹਾਨੂੰ ਇਹ ਕਰ ਰਿਹਾ ਵੀ ਤੁਸੀਂ ਘਰੇ ਹੀ ਰਹੋ, ਤੁਸੀਂ ਜਾਣਾ ਨਹੀਂ ਕਿਤੇ ਬਾਹਰ, ਹੈ ਨਾ, ਲੋੜ ਤੋਂ ਵੱਧ। ਇਸ ਕਰਕੇ ਵੀ ਜਾਣੀ ਉੱਥੇ ਵੀ ਇਹ ਕੈਪੈਸਿਟੀ ਹੈ ਜਿਹੜੀ ਅੱਧੀ ਵੀ ਜਿੱਥੇ 1000 ਲੋਕ ਆ ਸਕਦੇ ਉੱਥੇ ਮਸੀਂ ਬੰਦ ਹੋਈ ਆਉਣ। ਇਹ ਸਪੋਰਟਸ ਅਰੀਨਾ ਹੋਣਗੇ ਜਾਂ ਸਿਨੇਮਾ ਵਗੈਰਾ ਜਿਹੜੇ, ਸੋ ਉਹ ਵੀ ਸ਼ਨੀਚਰਵਾਰ ਤੋਂ ਇੰਪਲੀਮੈਂਟ ਹੋ ਜਾਣਾ ਇਸੇ ਵੀਕਐਂਡ ਤੋਂ। ਸੋ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਇੱਕ ਤਾਂ ਜਿਹੜਾ ਬੂਸਟਰ ਸ਼ਾਟ ਇਹ 20 ਦਸੰਬਰ ਤੋਂ ਅਵੇਲੇਬਲ ਹੋ ਜਾਣਾ 4 ਜਨਵਰੀ ਦੀ ਬਜਾਏ। ਦੂਸਰਾ ਜਿਹੜਾ ਉਹਦੇ ਵਿੱਚ 6 ਮਹੀਨੇ ਸੀ ਵੀ ਦੂਜਾ ਟੀਕਾ ਲੱਗੇ ਨੂੰ 168 ਦਿਨ ਹੋ ਗਏ ਹੋਣੇ ਚਾਹੀਦੇ ਆ, ਫਿਰ ਜਾਣੀ ਕਿ ਜਾ ਕੇ ਤੁਸੀਂ ਤੀਜਾ ਲਵਾਉਣਾ। ਹੁਣ ਉਹ ਕਹਿੰਦੇ ਨਹੀਂ ਜੀ 3 ਮਹੀਨਿਆਂ ਬਾਅਦ ਹੀ ਲਵਾ ਲਓ। ਹਾਂਜੀ, ਸੋ ਬੂਸਟਰ ਸ਼ਾਟ ਜਿਹੜਾ ਉਹ 3 ਮਹੀਨਿਆਂ ਬਾਅਦ ਲਵਾਇਆ ਜਾ ਸਕਦਾ। ਸੋ ਹੁਣ ਹੋ ਸਕਦਾ
ਵੀ ਕੈਨੇਡੀਅਨ ਗਵਰਨਮੈਂਟ ਹੁਣ ਦੇਖੋ ਕਿਹਾ ਹੀ ਜਾ ਸਕਦਾ ਹੁੰਦਾ, ਸਿਵਲਾਈਜ਼ਡ ਸੁਸਾਇਟੀ ਦੇ ਵਿੱਚ ਲੋਕਾਂ ਨੂੰ ਐਡਵਾਈਜ਼ ਹੀ ਕੀਤਾ ਜਾ ਸਕਦਾ ਹੁੰਦਾ। ਐਡਵਾਈਜ਼ ਇਹ ਆ ਵੀ ਤੁਸੀਂ ਘਰੋਂ ਬਾਹਰ ਲੋੜ ਤੋਂ ਬਿਨਾਂ ਨਹੀਂ ਨਿਕਲਣਾ, ਪਰ ਜੇ ਹੁਣ ਦੇਸ਼ ਤੋਂ ਬਾਹਰ ਨਿਕਲਣ ਦਾ ਪ੍ਰੋਗਰਾਮ ਬਣਾਇਆ ਹੋਇਆ, ਸਾਰਾ ਕੁਝ ਅਣਸੁਣਾ ਕਰਕੇ ਜੇ ਤੋਂ ਆਪਾਂ ਲੱਗਦਾ ਪਿਆ ਬਰੈਂਪਟਨ ਦੇ ਵਿੱਚ ਭਾਰਤ ਦਾ ਵੀਜ਼ਾ ਲੈਣ ਲਈ ਦੇਖੋ ਤਾਂ ਕਿੱਦਾਂ 3 ਵਜੇ ਲਾਈਨਾਂ ਨਹੀਂ ਲੱਗਣੀ ਸ਼ੁਰੂ ਹੋ ਜਾਂਦੀਆਂ। ਸ਼ਾਇਦ ਉਹਨਾਂ ਦੇ ਵਿੱਚ ਕੁਝ ਥੋੜ੍ਹੀ ਖੜੋਤ ਆਵੇ, ਸ਼ਾਇਦ ਜਿਹੜੀਆਂ ਫਲਾਈਟਸ ਆ ਵੀ ਜੇ ਲੋਕ ਹੁਣ ਘੱਟ ਜਾਣਗੇ ਤੇ ਟਿਕਟਾਂ ਥੋੜ੍ਹ ਬਹੁਤੀਆਂ ਜਿਹੜੀ ਕੱਲ੍ਹ ਚਰਚਾ ਹੋ ਰਹੀ ਸੀ ਵੀ ਫੇਰ ਸਸਤੀਆਂ ਹੋ ਜਾਣ ਕਿਉਂਕਿ ਡਿਮਾਂਡ ਘਟੂਗੀ। ਸੋ ਲੈਟਸ ਸੀ ਵੀ ਕੀ ਵਾਪਰਦਾ ਆ, ਪਰ ਕੁੱਲ ਮਿਲਾ ਕੇ ਜਾਣੀ ਗਵਰਨਮੈਂਟਸ ਆ ਜਿਹੜੀਆਂ ਇਸ ਵੇਲੇ ਹਰ ਲੈਵਲ ਤੇ ਸਾਰਾ ਜ਼ੋਰ ਲੱਗਾ ਪਿਆ ਵੀ ਵੈਕਸੀਨੇਟ ਕੀਤਾ ਜਾਵੇ ਵੱਧ ਤੋਂ ਵੱਧ, ਕਿਉਂਕਿ ਜਿਹੜੀ ਪਹਿਲੀ ਵੈਕਸੀਨ ਹੋਏ ਲੋਕ ਆ 90% ਆ, ਭਾਵੇਂ ਅਪੇਰੈਂਟਲੀ ਮਤਲਬ ਉਹਦਾ ਜਿਹੜਾ ਜੀ ਵੀ ਵੱਡੀ ਉਮਰ ਦੇ ਲੋਕਾਂ ਦੇ ਵਿੱਚ ਪ੍ਰਭਾਵ ਜਿਹੜਾ ਉਹਦਾ ਅਸਰ ਆ ਉਹ ਘਟਿਆ ਲੱਗਦਾ, ਜਿਸ ਕਰਕੇ ਵੀ ਇਹ ਬੂਸਟਰ ਸ਼ਾਟ ਆ। ਪਰ ਇਹਦੇ ਨਾਲ ਹੀ ਵੀ ਇਹ ਨਹੀਂਗਾ ਵੀ ਜਮਾਂ ਹੀ ਜਿਹੜੇ ਵੈਕਸੀਨੇਟ ਹੋਏ ਲੋਕ ਆ ਉਹਨਾਂ ਨੂੰ ਉਸ ਵੈਕਸੀਨ ਦਾ ਆਸਰਾ ਹੀ ਕੋਈ ਨਹੀਂ। ਅਨਵੈਕਸੀਨੇਟਡ ਲੋਕਾਂ ਦੇ ਮੁਕਾਬਲੇ ਅਜੇ ਵੀ ਜੇ ਕੋਵਿਡ ਜਿਹੜਾ ਵੈਕਸੀਨੇਟਡ ਲੋਕਾਂ ਨੂੰ ਲੱਗ ਜਾਵੇ, ਜਿਨ੍ਹਾਂ ਦੇ ਟੀਕੇ ਲੱਗੇ ਹੋਏ ਆ, ਤੇ ਉਹਨਾਂ ਦਾ ਨੁਕਸਾਨ ਸਿਹਤ ਦਾ ਸਰੀਰ ਦਾ ਘੱਟ ਹੁੰਦਾ ਜੀ। ਜੌਲ ਸਾਹਿਬ, ਗੱਲਬਾਤ ਕਰੀਏ ਸਿਟੀ ਆਫ ਬਰੈਂਪਟਨ ਦੀ, ਜੋ ਕੱਲ ਆਪਾਂ ਗੱਲਬਾਤ ਕੀਤੀ ਸੀ ਬਿੱਲ 21 ਦੀ। ਬਰੈਂਪਟਨ ਸਰਕਾਰ ਨੇ ਤਕਰੀਬਨ ਆਈ ਬਲੀਵ $1 ਦੀ ਦਿੱਤੀ ਹੈ ਜੀ ਅਮਾਊਂਟ ਟੂ ਫਾਈਟ ਅਗੇਂਸਟ ਕਿਊਬੈਕ ਦਾ ਬਿੱਲ। ਯੈਸ, ਹਾਂਜੀ ਜੀ, ਵੀ ਇਹ ਆਪਾਂ ਕੱਲ ਬੜੇ ਡੀਟੇਲ ਦੇ ਵਿੱਚ ਗੱਲਬਾਤ ਕਰ ਲਈ ਸੀ ਵੀ ਇਹ ਬਿੱਲ 21 ਕੀ ਆ। ਵੈਸੇ ਭੈਣ ਭਰਾਵਾਂ ਨੂੰ ਪਤਾ ਹੀ ਆ, ਔਰ ਸਾਨੂੰ ਤਾਂ ਜ਼ਿੰਦਗੀ 'ਚ ਕਦੀ ਭੁੱਲ ਨਹੀਂ ਸਕਦਾ, ਕਿਉਂਕਿ ਜਦੋਂ ਓਟਵਾ ਤੋਂ ਜਹਾਜ਼ ਹੋਇਆ ਸੀ ਨਾ ਵਾਸ਼ਿੰਗਟਨ ਨੂੰ ਤਿਆਰ ਵਾਈਟ ਹਾਊਸ ਜਾਣ ਦੇ ਵਾਸਤੇ, ਤੇ ਉਹ ਮਤਲਬ ਅਜੇ 48 ਘੰਟੇ ਹੀ ਇਸ ਬਿੱਲ ਨੂੰ ਪਾਸ ਹੋਏ ਸੀਗੇ, ਤੇ ਜਾਣੀ ਗਵਰਨਮੈਂਟ ਵੱਲੋਂ ਕੁਛ ਨਹੀਂ ਸੀ ਬੋਲਿਆ ਜਾ ਰਿਹਾ, ਤੇ ਫਿਰ ਵਾਸ਼ਿੰਗਟਨ ਦੇ ਵਿੱਚ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ ਸੀਗਾ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਜਾਣੀ ਗਵਰਨਮੈਂਟ ਵੀ ਚੁੱਪ ਹੈ, ਵਿਰੋਧੀ ਧਿਰ ਵੀ ਚੁੱਪ ਹੈ। ਆਪਾਂ ਦੇਖਿਆ ਵੀ ਫੈਡਰਲੀ ਜਾਣੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਬਿਲਕੁਲ ਨਹੀਂ ਇਹਦੇ ਬਾਰੇ ਕੋਈ ਜ਼ੁਬਾਨ ਖੋਲ੍ਹਣ ਨੂੰ ਤਿਆਰ, ਕਿਉਂਕਿ ਜਿਹੜੀਆਂ ਕਿਊਬੈਕ ਦੀਆਂ ਸੀਟਾਂ ਉਹਨਾਂ ਤੇ ਨਜ਼ਰ ਹੈਗੀ ਆ ਜੀ। ਇਹਦੇ ਨਾਲ ਹੀ ਵੀ ਜਾਣੀ MPP ਸਾਹਿਬਾਨ ਵੀ ਸਾਰੇ ਦੇਸ਼ ਵਿੱਚ ਚੁੱਪ ਨੇ, ਤੇ ਫਿਰ ਹੁਣ ਵੀ ਸਿਟੀ ਕੌਂਸਲ ਕਿਉਂ ਚੁੱਪ ਨੇ ਉਹਦੇ ਬਾਰੇ ਇਸ ਚੁੱਪ ਨੂੰ ਤੋੜਿਆ ਬਰੈਂਪਟਨ ਦੀ ਸਿਟੀ ਕੌਂਸਲ ਨੇ, ਕਹਿ ਲਓ ਮੇਅਰ ਨੇ ਬਰੈਂਪਟਨ ਦੇ ਪੈਟਰਿਕ ਬਰਾਊਨ, ਜਿਹੜਾ ਕਿ ਆਪਾਂ ਕੱਲ੍ਹ ਚਰਚਾ ਕੀਤੀ ਸੀ, ਉਹਨਾਂ ਨੇ ਚਿੱਠੀ ਲਿਖੀ ਆ 100 ਮੇਅਰਾਂ ਨੂੰ। ਉਹਦੇ ਵਿੱਚ ਉਹਨਾਂ ਨੇ ਉਹਨਾਂ ਦੀ ਜ਼ਮੀਰ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਸਦੀਆਂ ਪਹਿਲਾਂ ਦੀਆਂ ਜਿਹੜੀਆਂ ਵਧੀਕੀਆਂ ਹੋਈਆਂ ਉਹਨਾਂ ਦੀਆਂ ਮਾਫੀਆਂ ਤੇ ਅੱਜ ਮੰਗੀਆਂ ਜਾ ਰਹੀਆਂ, ਤੇ ਜਿਹੜੀਆਂ ਅੱਜ ਆਪਣੀਆਂ ਅੱਖਾਂ ਦੇ ਸਾਹਮਣੇ ਹੋ ਰਹੀਆਂ ਇਹਨਾਂ ਦੀਆਂ ਮਾਫੀਆਂ ਫਿਰ 200 ਸਾਲ ਬਾਅਦ ਕੋਈ ਹੋਰ ਪ੍ਰਾਈਮ ਮਿਨਿਸਟਰ ਮੰਗੂਗਾ ਜਾਂ ਅੱਜ ਹੀ ਆਪਾਂ ਇਹਨੂੰ ਠੀਕ ਕਰ ਲਈਏ। ਸੋ ਇਹ ਗੱਲ ਵੀ ਉਹਨਾਂ ਨੂੰ ਹਲੂਣਾ ਦੇਣ ਵਾਲੀ ਗੱਲ ਹੈ। ਦੇਖੋ ਕੋਈ ਹਲੂਣਿਆ ਜਾਂਦਾ ਕਿ ਨਹੀਂ, ਪਰ ਇਹਦੇ ਨਾਲ ਹੀ ਫਿਰ ਕੱਲ੍ਹ ਬੜਾ ਤੇਜ਼ੀ ਦੇ ਨਾਲ ਜਿਹੜਾ ਜੀ ਸਪੈਸ਼ਲ ਮੋਸ਼ਨ ਆਏ ਬਰੈਂਪਟਨ ਸਿਟੀ ਕੌਂਸਲ ਦੇ ਵਿੱਚ ਆਇਆ ਸੀਗਾ, ਜਿਹਨੂੰ ਪਾਸ ਕਰਕੇ ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ $1 ਲੱਖ ਜਿਹੜਾ ਜੀ ਪੀ ਉਹ ਅਮਾਊਂਟ ਹੈ ਫਾਈਨੈਂਸ਼ੀਅਲ ਸਪੋਰਟ ਦਿੱਤੀ ਜਾ ਰਹੀ ਹੈ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਨੂੰ। ਇਹ ਸੰਸਥਾ ਹੈਗੀ ਉਹਨਾਂ ਦੀ, ਜਿਹੜੀ ਕਿ ਆਲਰੈਡੀ ਜਾਣੀ ਕਿ ਇਸ ਕੰਟਰੋਵਰਸ਼ੀਅਲ ਲੈਜਿਸਲੇਸ਼ਨ ਨੂੰ ਬਿੱਲ 21 ਨੂੰ ਜਿਹੜਾ ਕਿ ਡਿਸਕ੍ਰਿਮੀਨੇਟੋਰੀ ਆ ਵੀ ਰਿਲੀਜੀਅਸ ਮਾਈਨੋਰਿਟੀਜ਼ ਤੇ ਤੁਸੀਂ ਧਾਰਮਿਕ ਚਿੰਨ੍ਹ ਨਹੀਂ ਪਹਿਨ ਕੇ ਜਾ ਸਕਦੇ ਆਪਣੀ ਜੌਬ ਦੇ ਉੱਤੇ, ਸੋ ਉਹ ਰੋਕ ਲਗਾਉਂਦਾ। ਸੋ ਇਸ ਤਰੀਕੇ ਦੇ ਨਾਲ ਇਹ ਹੈ ਜੀ ਵੀ ਉਹ ਕਾਨੂੰਨ ਜਿਹੜਾ ਜੀ ਵੀ ਉਹਦੀ ਲੀਗਲ ਫਾਈਟ ਦੇ ਵਾਸਤੇ $1 ਲੱਖ ਦਾ ਕੰਟਰੀਬਿਊਸ਼ਨ ਜਿਹੜਾ ਜੀ ਪੀ ਬਰੈਂਪਟਨ ਨੇ ਪੇਸ਼ ਕੀਤਾ। ਇਹਦੇ ਨਾਲ ਹੀ ਜਾਣੀ ਕਿ ਉਹਨਾਂ ਨੂੰ ਹੋਰ ਮਿਊਨਿਸਪੈਲਿਟੀਜ਼ ਨੂੰ ਵੀ ਇਹੀ ਪ੍ਰੇਰਨਾ ਦਿੱਤੀ ਜਾ ਰਹੀ ਆ ਵੀ ਲੀਗਲ ਫਾਈਟ ਦੇ ਵਿੱਚ ਜਿੰਨੀ ਸਹਾਇਤਾ ਜਿਹੜੀ ਆ ਉਹ ਕੀਤੀ ਜਾ ਸਕੇ। ਬਟ ਉਹ ਲੀਗਲ ਫਾਈਟ ਦੇ ਵਿੱਚ ਦੇਖੋ ਸਕਸੈਸ ਕਿੰਨੀ ਕੁ ਮਿਲਦੀ ਆ, ਕਿਉਂਕਿ ਕਿਊਬੈਕ ਦੇ ਵਿੱਚ ਤੇ ਜਿਹੜੀ ਚਾਲ ਤੇ ਜਾਣੀ ਕਿ ਵੀ ਉਹਨਾਂ ਦੀ ਅਸੈਂਬਲੀ MPP ਜਾਂ MLA ਤੁਰੇ ਸੀਗੇ, ਗਵਰਨਮੈਂਟ ਤੁਰੀ ਆ ਜੀ, ਉਸੇ ਚਾਲ ਤੇ ਉਹਨਾਂ ਦੀ ਜਿਹੜੀ ਜੀ ਉੱਥੋਂ ਦੀ ਕੋਰਟ ਵੀ ਚੱਲੀ ਸੀਗੀ, ਉਹਨਾਂ ਨੇ ਵੀ ਜਾਣੀ ਕਿ ਕਹਿਤਾ ਸੀਗਾ ਵੀ ਬਿੱਲ ਠੀਕ ਹੈ। ਸੋ ਲੈਟਸ ਸੀ ਕੀ ਵਾਪਰਦਾ ਆਉਣ ਵਾਲੇ ਸਮੇਂ ਦੇ ਵਿੱਚ, ਪਰ ਕਿਸੇ ਗਲਤ ਕੰਮ ਨੂੰ ਗਲਤ ਕਹਿਣਾ, ਖੜੇ ਹੋ ਕੇ ਜੁਰਤ ਕਰਨਾ, ਇਹ ਵੀ ਮਤਲਬ ਕਿਸੇ ਦੇ ਬਰੈਂਪਟਨ ਦੇ ਇਹ ਹਿੱਸੇ ਆ ਰਿਹਾ। ਬਰੈਂਪਟਨ ਨੇ ਇਹਦੇ ਵਿੱਚ ਲੀਡਰਸ਼ਿਪ ਲਈ ਆ। ਇਹਦੇ ਵਿੱਚ ਹੁਣ ਚਲੋ ਪਹਿਲਾਂ ਤੇ ਆਪਾਂ ਨਾਲੇ ਕਈ ਵਾਰੀ ਇਹ ਕਹਿ ਦਿੰਦੇ ਆ ਵੀ ਦੇਖੋ ਜੀ ਕੋਈ ਬੋਲਦਾ ਨਹੀਂ, ਤੇ ਜੇ ਹੁਣ ਕੋਈ ਬੋਲੇ ਤੇ ਫੇਰ ਕਹਿੰਦੇ ਵੀ ਅਗਲੇ ਸਾਲ ਇਲੈਕਸ਼ਨ ਆ, ਸ਼ਾਇਦ ਇਹਨਾਂ ਨੂੰ ਵੋਟਾਂ ਦਾ ਫਿਕਰ ਆ, ਵੋਟਾਂ ਲੈਣਾ ਚਾਹੁੰਦੇ ਆ। ਵੀ ਆਪਾਂ ਹੁਣ ਕਿਤੇ ਟਿਕਣ ਵੀ ਤੇ ਦਈਏ ਨਾ, ਵੀ ਜੇ ਕੋਈ ਬੋਲਿਆ ਤੇ ਫਿਰ ਉਹਨੂੰ ਐਪਰੀਸ਼ੀਏਟ ਕਰੀਏ ਵੀ ਹਾਂਜੀ ਕੋਈ ਬੋਲਿਆ ਜੀ ਸਾਡੇ ਨਾਲ ਖੜੇ ਆ। ਵੀ ਦੱਬੇ ਕੁਚਲੇ ਲੋਕਾਂ ਦੇ ਨਾਲ ਜੇ ਕੋਈ ਬੰਦਾ ਖੜ ਗਿਆ, ਚਲੋ ਵੋਟਾਂ ਕਰਕੇ ਖੜ ਤੇ ਗਿਆ ਨਾ, ਨੁਕਸ ਤੇ ਹੁਣ ਆਪਾਂ ਕੱਢੀ ਜਾਣੇ ਆ, ਤੇ ਜੋ ਨਹੀਂ ਖੜਦਾ ਫਿਰ ਆਪਾਂ ਕਹਿੰਦੇ ਲੋ ਜੀ ਖੜਦਾ ਹੀ ਕੋਈ ਨਹੀਂ। ਸੋ ਇਸ ਕਰਕੇ ਆਓ ਨਾ ਖੜਨ ਤੇ ਚੁੱਪ ਰਹਿਣ ਵਾਲੇ ਲੋਕਾਂ ਨੂੰ ਥੋੜਾ ਹਲੂਣਾ ਦਈਏ, ਤੇ ਜੋ ਖੜ ਰਿਹਾ ਭੈਣ ਭਾਈ ਉਹਨੂੰ ਆਪਾਂ ਜੀ ਆਇਆਂ ਨੂੰ ਕਹੀਏ। ਇਹ ਸਮਾਂ ਇਸ ਵੇਲੇ ਜਿੰਨੀ ਵੀ ਵੱਧ ਤੋਂ ਵੱਧ ਸਪੋਰਟ ਹੈ ਜਿਹੜੀ ਸੁਸਾਇਟੀਜ਼ ਦੇ ਵਿੱਚ ਮਿਲ ਸਕੇ ਇਸ ਬਿੱਲ ਦੇ ਨਾਲ ਫਾਈਟ ਕਰਨ ਦੀ, ਉਹ ਆ ਤਾਂ ਕਿ ਵੀ ਆਪਣੇ ਇਸ ਜਹਾਨ ਚੋਂ ਜਾਣ ਤੋਂ ਬਾਅਦ 100-200 ਸਾਲਾਂ ਬਾਅਦ ਅਗਲੀਆਂ ਨਸਲਾਂ ਇਹ ਨਾ ਕਹਿਣ ਵੀ ਇਹਨਾਂ ਦੇ ਸਾਹਮਣੇ ਆਹ ਸਭ ਕੁਝ ਹੋਇਆ ਸੀ ਤੇ ਕੀ ਇਹਨਾਂ ਨੂੰ ਦੰਦਲਾਂ ਪਈਆਂ ਸੀਗੀਆਂ। ਕਿੰਨੇ ਕੁ ਗੈਰਤਮੰਦ ਤੇ ਅਣਖੀ ਆਪਾਂ ਉਦਾਂ ਗੱਲਾਂ ਤੇ ਬਹੁਤ ਵੱਡੀਆਂ, ਇਹ ਅਣਖਾਂ ਸਿਰਫ ਨਗਰ ਕੀਰਤਨ ਵਾਸਤੇ ਹੀ ਥੋੜ੍ਹੋ ਆ,
ਲੀਗਲ ਫਾਈਟ ਇਸ ਸੋਸਾਇਟੀ ਦੇ ਵਿੱਚ ਕੀਤੀ ਜਾ ਸਕਦੀ ਆ ਤੇ ਜਸਟਿਸ ਲਿਆ ਜਾ ਸਕਦਾ, ਜਿਹਦੇ ਲਈ ਕਿ ਕੋਸ਼ਿਸ਼ ਜਾਰੀ ਹੈ ਜੀ। ਜੀ ਸਾਡੇ ਨਾਲ ਕਾਲਰ ਨੇ ਜੌਲ ਸਾਹਿਬ, ਅਸੀਂ ਪਹਿਲੀ ਕਾਲ ਲੈਂਦੇ ਹਾਂ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹੈਲੋ ਅਰਸ਼ ਤੇ ਜੌਲ ਸਾਹਿਬ, ਸਤਿ ਸ੍ਰੀ ਅਕਾਲ। ਕਰਨਲ ਸੋਹੀ ਬੋਲ ਰਿਹਾ ਮੈਂ ਜੀ ਸੋਹੀ ਸਾਹਿਬ। ਗੱਲ ਸਾਹਿਬ ਕੁਝ ਖਬਰ ਜੀ ਉੱਡੀ ਸੀਗੇ ਜਿਹਨਾਂ ਲੋਕਾਂ ਨੇ ਬੂਸਟਰ ਲਏ ਨੇ ਉਹਨਾਂ ਨੂੰ ਸਾਰਿਆਂ ਨੂੰ ਮਾਫਕ ਨਹੀਂ ਹੋਏ, ਉਹ ਕਈਆਂ ਨੂੰ ਤਕਲੀਫ ਵੀ ਹੋਈ ਆ। ਕੀ ਇਹ ਠੀਕ ਹੈ? ਦੇਖੋ ਭਈ ਇਸ ਗੱਲ ਦੀ ਗਾਰੰਟੀ ਤਾਂ ਨਹੀਂ ਕਿ ਵੀ ਜੇ ਤੁਸੀਂ ਕੋਈ ਵੀ ਦਵਾਈ ਖਾਓਗੇ ਤੇ ਹਰ ਇੱਕ ਨੂੰ ਮਾਫਕ ਆ ਜਾਏਗੀ। ਕੋਈ ਵੀ ਦਵਾਈ ਹੈ, ਇਹ ਇਕੱਲੇ ਬੂਸਟਰ ਸ਼ਾਟ ਦੀ ਗੱਲ ਨਹੀਂ, ਇਕੱਲੇ 2 ਸ਼ਾਟਸ ਦੀ ਗੱਲ ਨਹੀਂ, 1 ਸ਼ਾਟ ਦੀ ਗੱਲ ਨਹੀਂ। ਤੁਸੀਂ ਇੱਥੋਂ ਕੋਈ ਮਤਲਬ ਬੁਖਾਰ ਦੀ ਗੋਲੀ ਖਾ ਲਓ, ਉਹਦਾ ਗਲਤ ਅਸਰ ਬੋਡੀ 'ਚ ਜਾ ਕੇ ਹੋ ਸਕਦਾ। ਤੁਸੀਂ ਕੋਈ ਖੰਘ ਦੀ ਦਵਾਈ ਪੀ ਲਓ, ਸਾਰਿਆਂ ਨੂੰ ਮਾਫਕ ਨਹੀਂ ਵੀ ਆਉਂਦੀ। ਸੋ ਇਸ ਕਰਕੇ ਇਸ ਗੱਲ ਦੀ ਗਾਰੰਟੀ ਤਾਂ ਨਹੀਂ ਕਿ ਮਤਲਬ ਬੂਸਟਰ ਸ਼ਾਟ ਹਰ ਇੱਕ ਬੰਦੇ ਨੂੰ ਰਾਸ ਆਊਗਾ, ਜਾਂ ਵੈਕਸੀਨ ਦਾ ਪਹਿਲਾ ਇੰਜੈਕਸ਼ਨ ਵੀ ਹਰ ਬੰਦੇ ਨੂੰ ਰਾਸ ਆਊਗਾ। ਆਪਾਂ ਕੇਸਿਸ ਦੇਖੇ ਸੀਗੇ, ਕੁਛ ਡੈਥਸ ਵੀ ਹੋਈਆਂ ਸੀਗੀਆਂ, ਕੁਛ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਰਿਐਕਸ਼ਨ ਵੀ ਕੀਤਾ ਸੀਗਾ, ਪਰ ਉਹਨਾਂ ਦੇ ਨੰਬਰਸ ਬਹੁਤ ਮਿਨੀਮਮ ਤੋਂ ਮਿਨੀਮਮ ਸੀਗੇ ਉਹਨਾਂ ਦੇ ਮੁਕਾਬਲੇ ਜਿਨ੍ਹਾਂ ਦੇ ਕਿ ਵੈਕਸੀਨ ਨਾ ਲੱਗੇ ਬਿਨਾਂ ਬਿਮਾਰੀ ਲੱਗਣ ਕਰਕੇ ਮੌਤਾਂ ਮੱਖੀਆਂ ਵਾਂਗੂ ਲੋਕ ਮਰ ਗਏ। ਸੋ ਇਸ ਕਰਕੇ 100% ਜ਼ਿੰਦਗੀ 'ਚ ਕੁਛ ਵੀ ਨਹੀਂ ਹੈ ਇਸ ਸੰਸਾਰ 'ਚ ਕੰਪਲੀਟ ਫਿਨਿਸ਼, ਮਤਲਬ ਸੰਪੂਰਨ ਕੁਛ ਨਹੀਂ ਹੈ। ਘਾਟਾਂ ਕਮੀਆਂ ਹੁੰਦੀਆਂ ਨੇ, ਪਰ ਫਿਰ ਵੀ ਆਪਾਂ ਬੈਲੈਂਸ ਆਫ ਪ੍ਰੋਬੇਬਿਲਿਟੀਜ਼ ਦੇਖ ਲੈਂਦੇ ਹਾਂ। ਜੀ ਉਹ ਹੈ ਕਿ ਇੰਜੈਕਸ਼ਨ ਵਾਲਾ ਵੈਕਸੀਨ ਹੈ, ਇਹ ਸੇਫ ਹੈ, असरदार है जी। थैंक यू सॉरी साहब, थैंक यू सो मच। जॉल साहब एक बहुत ਵੱਡੀ ਖਬਰ ਇੰਡੀਆ ਤੋਂ ਆ ਰਹੀ ਹੈ ਜੀ, ਐਂਡ ਆਈ ਥਿੰਕ ਇਟਸ ਅ ਵੈਰੀ ਅਪਰੋਪਰੀਏਟ ਖਬਰ ਜੀ, ਕਿ ਉਹਨਾਂ ਦੀ ਪਹਿਲਾਂ ਲੀਗਲ ਏਜ ਆਈ ਬਲੀਵ ਵਾਸ 18, ਹੁਣ ਕਹਿ ਰਹੇ ਨੇ ਕਿ ਲੀਗਲ ਏਜ 21 ਕਰ ਦਿੰਦੇ ਨੇ ਉਹਨਾਂ ਨੇ ਫॉर ਮੈਰਿਜਿੰਗ ਗਰਲਸ। ਦੇਖੋ ਅਰਸ਼, ਇਸ ਤਰ੍ਹਾਂ ਵੀ ਇਹ ਨਾ ਕੁੜੀਆਂ ਵਾਸਤੇ ਸਪੈਸ਼ਲੀ ਜਿਹੜੀ ਘੱਟੋ ਘੱਟ ਵਿਆਹ ਦੀ ਉਮਰ ਉੱਥੇ ਹੁਣ ਤੱਕ ਉਹ 18 ਸਾਲ ਆ ਤੇ ਮੁੰਡਿਆਂ ਵਾਸਤੇ 21 ਸਾਲ ਆ। ਉਹਦੇ ਨਾਲ ਹੁਣ ਕੁੜੀਆਂ ਦਾ ਤੇ ਆਪਾਂ ਪਿੱਛੇ ਕਿੰਨਾ ਪ੍ਰੋਗਰਾਮ 'ਚ ਡੀਟੇਲ 'ਚ ਡਿਸਕਸ ਕੀਤਾ। ਹਾਂਜੀ, ਅੱਛਾ ਤੂੰ ਪੈਦਾ ਹੋ ਗਈ, ਚਲੋ ਠੀਕ ਆ, ਹੁਣ ਤੂੰ ਵੱਡੀ ਹੋ ਗਈ, ਚਲੋ ਹੁਣ ਤੂੰ ਪੜ੍ਹ ਲਿਆ ਤੇ ਚਲੋ ਫਿਰ ਹੁਣ ਵਿਆਹ ਕਰ ਦਈਏ ਤੇ ਚਲੋ ਜੀ ਕੰਮ ਹੋ ਗਿਆ। ਤੇ ਉਹ ਹੁਣ ਸਮਾਂ ਨਹੀਂ ਰਿਹਾ ਏਦਾਂ ਗਿਣਤੀਆਂ ਮਿਣਤੀਆਂ ਕਰਨ ਦਾ, ਕੁੜੀਆਂ ਦੀ ਗਿਣਤੀ ਮਿਣਤੀ ਆਹ ਆ ਤੇ ਮੁੰਡਿਆਂ ਦੀ ਗਿਣਤੀ ਮਿਣਤੀ ਬਹੁਤ ਕੋਈ ਵਧੀਆ ਦੂਜੀ ਆ। ਹੁੰਦਾ ਇੱਕ ਘਰ ਦੇ ਵਿੱਚ ਬਰਾਬਰੀ ਆ। ਇੰਡੀਆ ਦੇ ਵਿੱਚ ਵੀ ਹੁਣ ਸੁਸਾਇਟੀਜ਼ ਇਹ ਰਿਅਲਾਈਜ਼ ਕਰ ਰਹੀਆਂ ਵੀ ਕੁੜੀਆਂ ਨੂੰ ਵੀ ਜੇ ਆਪਰਚੁਨਿਟੀ ਮਿਲੇ ਤਾਂ ਜ਼ਿੰਦਗੀ 'ਚ ਬਹੁਤ ਕੁਛ ਅਚੀਵ ਕਰ ਸਕਦੀਆਂ। ਉਹ ਆਪਰਚੁਨਿਟੀਜ਼ ਆਲਮੋਸਟ ਖਤਮ ਹੋ ਜਾਂਦੀਆਂ ਜਿੱਦਣ ਉਹਦਾ ਵਿਆਹ ਹੋ ਜਾਵੇ, ਹੈ ਨਾ, ਵੀ ਹੁਣ ਤੂੰ ਘਰੇ ਹੀ ਰਹਿਣਾ, ਰੋਟੀ ਪਾਣੀ ਪਕਾਉਣਾ, ਬੱਚਿਆਂ ਦਾ ਖਿਆਲ ਹੀ ਰੱਖਣਾ, ਹਾਂਜੀ ਇਹ ਵੋ। ਸੋ ਉਹ ਸਮਾਜ ਦੁਨੀਆ ਦੇ ਵਿੱਚ ਆਪਾਂ ਦੇਖਿਆ ਵੀ ਉਹਨਾਂ ਦਾ ਹਾਲ ਤੁਸੀਂ ਨਕਸ਼ਾ ਚੁੱਕ ਕੇ ਦੇਖ ਲਓ ਵੀ ਜਿਨ੍ਹਾਂ ਨੇ ਬੰਦਿਆਂ ਜਾਣੀ ਔਰਤਾਂ ਤੇ ਆਦਮੀਆਂ 'ਚ ਫਰਕ ਨਹੀਂ ਕੀਤਾ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਆ, ਨਕਸ਼ਾ ਚੁੱਕੋ ਦੇਖੋ। ਤੇ ਜਿਨ੍ਹਾਂ ਨੇ ਏਦਾਂ ਤੱਕੀਆਂ ਨੂੰ ਚੀਜ਼ਾਂ ਚਲਾਈਆਂ ਹੋਈਆਂ ਵੀ ਜਿਹੜੀ ਅੱਧੀ ਜਾਣੀ ਵਰਕਫੋਰਸ ਆ ਲੇਡੀਜ਼ ਆ, ਤੇ ਉਹਨਾਂ ਨੂੰ ਲਿਮਿਟ ਕਰ ਦਿੱਤਾ, ਬਸ ਵਿਆਹੁਣਾ ਪੜ੍ਹਾਉਣਾ ਹੀ ਆ ਜੀ, ਕੰਮ ਹੋ ਗਿਆ ਜੀ, ਬਾਕੀ ਸਭ ਕੁਛ ਆਪ ਸਮਝ ਲੈਣਾ, ਸਮੇਟ ਲੈਣਾ ਮੁੰਡਿਆਂ ਨੇ ਬੰਦਿਆਂ ਨੇ, ਹੈ ਨਾ। ਉੱਥੇ ਡਿਸਕ੍ਰਿਮੀਨੇਸ਼ਨ ਨਜ਼ਰ ਨਹੀਂ ਆਉਂਦਾ ਜੀ। ਡਿਸਕ੍ਰਿਮੀਨੇਸ਼ਨ ਜੇ ਦੇਸ਼ੋਂ ਬਾਹਰ ਜਾਈਏ ਤਾਂ ਫਿਰ ਬੜਾ ਵਧੀਆ ਨਜ਼ਰ ਆਉਂਦਾ। ਉੱਥੇ ਜਿਹੜੀਆਂ ਜਾਤਾਂ ਪਾਤਾਂ ਹੋਰ ਸਭ ਕੁਝ ਪਖੰਡ ਕਰੀ ਜਾ ਰਹੇ ਉਹ ਡਿਸਕ੍ਰਿਮੀਨੇਸ਼ਨ ਨਜ਼ਰ ਨਹੀਂ ਆਉਂਦਾ। ਡਿਸਕ੍ਰਿਮੀਨੇਸ਼ਨ ਹੈ ਮਤਲਬ ਵੱਡਾ ਡਿਸਕ੍ਰਿਮੀਨੇਸ਼ਨ ਕਰਨ ਵਾਲਾ ਕੌਣ ਹੈ ਜਰਾ ਦੇਖੋ, ਆਪਣੇ ਸਮਾਜ 'ਚ ਨਜ਼ਰ ਮਾਰ ਕੇ ਤੇ ਇਸ ਸਮਾਜ 'ਚ ਨਜ਼ਰ ਮਾਰ ਕੇ, ਜਿਨ੍ਹਾਂ ਤੇ ਆਪਾਂ ਆ ਕੇ ਕਹਿੰਦੇ ਵੀ ਇਹ ਡਿਸਕ੍ਰਿਮੀਨੇਸ਼ਨ ਕਰਦੇ ਆ। ਇੱਕ ਮਨੁੱਖੀ ਕਮਜ਼ੋਰੀ ਆ ਡਿਸਕ੍ਰਿਮੀਨੇਸ਼ਨ, ਲੱਤਾਂ ਖਿੱਚਣੀਆਂ। ਆਪਾਂ ਨਹੀਂ ਖਿੱਚਦੇ, ਆਪਾਂ ਨਹੀਂ ਕਰਦੇ ਡਿਸਕ੍ਰਿਮੀਨੇਸ਼ਨ, ਘਰਾਂ ਤੋਂ ਤਾਂ ਸ਼ੁਰੂ ਕਰ ਲੈਂਦੇ ਆ, ਘੱਟੋ ਘੱਟ ਘਰਾਂ ਤੋਂ ਤਾਂ ਨਹੀਂ ਕਰਦੇ, ਆਪਣੇ ਰਿਸ਼ਤੇਦਾਰਾਂ ਤੋਂ, ਆਪਣੇ ਕੁਲਵੇ 'ਚ ਤਾਂ ਨਹੀਂ ਕਰਦੇ, ਹੈ ਨਾ। ਸੋ ਇਸ ਕਰਕੇ ਇਹਨਾਂ ਤੇ ਵੀ ਦੋਸ਼ ਲਾਈਏ ਪਰ ਆਪਣੇ ਅੰਦਰ ਵੀ ਦੋਸ਼ ਦੇਖੀਏ ਵੀ ਹੈ ਕਿ ਨਹੀਂ। ਸੋ ਇਹ ਕੁੜੀ ਤੇ ਮੁੰਡੇ ਦਾ ਫਰਕ ਹੈ ਜਿਹੜਾ ਇਹ ਵਿਆਹ ਦੀ ਉਮਰ ਦੇ ਵਿੱਚ ਸੀਗਾ ਰੱਖਿਆ ਹੋਇਆ, ਉਹ ਅੱਜ ਇੰਡੀਆ ਦੀ ਗਵਰਨਮੈਂਟ ਨੇ ਜੀ ਬਕਾਇਦਾ ਤੌਰ ਤੇ ਕੈਬਨਿਟ ਦੇ ਵਿੱਚ ਅਪਰੂਵ ਕਰ ਦਿੱਤਾ ਵੀ ਮੁੰਡਿਆਂ ਦੀ ਉਮਰ ਵੀ 21 ਸਾਲ ਹੀ ਵਿਆਹ ਦੀ ਹੋਊਗੀ ਤੇ ਕੁੜੀਆਂ ਦੀ ਵੀ ਘੱਟੋ ਘੱਟ ਵਿਆਹ ਦੀ ਉਮਰ ਜਿਹੜੀ 21 ਸਾਲ ਹੀ ਹੋਊਗੀ। Which is very good news. ਕਿਉਂਕਿ ਵੀ ਜਿਹੜਾ ਮੁੰਡਿਆਂ ਨੂੰ ਗਰੋ ਕਰਨ ਦਾ ਮੌਕਾ ਮਿਲ ਜਾਂਦਾ ਉਹ ਕੁੜੀਆਂ ਨੂੰ ਨਹੀਂ ਮਿਲਦਾ, ਕੁੜੀਆਂ ਨੂੰ ਨਹੀਂ ਮਿਲਦਾ। ਸੋ ਇਸ ਕਰਕੇ ਕੁੜੀਆਂ ਨੂੰ ਵੀ ਇਕੁਅਲ ਅਪਰਚੁਨਿਟੀ ਦੇਣ ਦੇ ਲਈ ਕਿ ਉੱਥੇ ਤਾਂ ਕਈ ਮਤਲਬ 14-15 ਸਾਲ 'ਚ ਹੀ ਵਿਆਹੁੰਦੇ ਆ, ਹੈ ਨਾ, ਕੰਮ ਹੀ ਨਿਬੇੜਨਾ। ਕੁੜੀ ਦਾ ਵਿਆਹ ਤੇ ਕੰਮ ਨਿਬੇੜਨਾ ਆ, ਮੁੰਡੇ ਦਾ ਵਿਆਹ ਥੋੜ੍ਹਾ ਕੰਮ ਨਿਬੇੜਨਾ ਆ। ਸੋ ਇਸ ਕਰਕੇ ਇਹਦੇ 'ਚ ਆਪਾਂ ਬਹੁਤ ਵਾਰ ਬੜੇ ਵਿਸਥਾਰ 'ਚ ਗੱਲਾਂ ਕੀਤੀਆਂ, ਪਰ ਅੱਜ ਭਾਰਤ ਸਰਕਾਰ ਦੇ ਇਹ ਜਿਹੜਾ ਉਹਨਾਂ ਨੇ ਜੀ ਪ੍ਰਪੋਜ਼ਲ ਹੈ ਕੈਬਨਿਟ ਦੇ ਵਿੱਚ ਮੰਨ ਲਈ ਆ, ਹੁਣੇ ਪਾਰਲੀਮੈਂਟ 'ਚ ਜਾਊਗੀ ਤੇ ਪਾਸ ਹੋ ਹੀ ਜਾਣੀ, ਤਕਰੀਬਨ ਮੈਜੋਰਟੀ ਉਹਨਾਂ ਕੋਲ ਹੈਗੀ ਆ। ਹਰੇਕ ਦੀ ਉਮਰ ਜਾਣੀ ਮੁੰਡਾ ਹੋਵੇ ਜਾਂ ਕੁੜੀ ਹੋਵੇ, ਵਿਆਹ ਦੀ ਉਮਰ ਆਉਣ ਵਾਲੇ ਸਮੇਂ 'ਚ ਭਾਰਤ ਵਿੱਚ ਵੀ 21 ਸਾਲ ਹੀ ਹੋਏ।
9058131320 जॉल साहब आखिरी खबर जो काफ़ी भी इंटरेस्टिंग है कि कंजर्वेटिव एमपीज फ्री टू ट्रैवल एंड इंटरनेशनली एंड ਜਿਹੜੇ ਲਿਬਰਲਸ ਦੇ ਤੇ ਐਨਡੀਪੀ ਉਹ ਨਾਟ ਇਹ ਕੀ ਖਬਰ ਕਿਉਂਕਿ ਇਹ ਕੰਜ਼ਰਵੇਟਿਵ ਪਾਰਟੀ ਸ਼ੁਰੂ ਤੋਂ ਜਿਹੜੀ ਚੱਲੀ ਆਉਂਦੀ ਆ ਵੀ ਇਹ ਵੈਕਸੀਨ ਆਪਣੇ ਐਮਪੀਜ਼ ਵਾਸਤੇ ਮੈਂਡੇਟਰੀ ਕਰਨ ਦਾ ਵਿਰੋਧ ਕਰ ਰਹੀ ਆ ਬਾਕੀਆਂ ਨੇ ਕੀਤੀ ਹੋਈ ਆ ਤੇ ਹੁਣ ਫਿਰ ਇਹ ਹੈ ਜੀ ਵੀ ਬਾਕੀਆਂ ਨੇ ਇਹ ਵੀ ਕੀਤਾ ਵੀ ਜੇ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਇੰਟਰਨੈਸ਼ਨਲੀ ਨਹੀਂ ਟਰੈਵਲ ਕਰੋ ਤੇ ਵੀ ਜਾਣੀ ਇਹ ਸਾਡੇ ਐਮਪੀਆਂ ਤੇ ਵੀ ਉਦਾਂ ਹੀ ਲਾਗੂ ਹੋਊਗਾ ਵੀ ਇਹ ਵੀ ਨਹੀਂ ਟਰੈਵਲ ਕਰਨਗੇ ਗਾਂ ਹੁਣ ਛੁੱਟੀਆਂ ਜਿਹੜੀਆਂ ਆ ਰਹੀਆਂ ਹੌਲੀਡੇ ਸੀਜ਼ਨ ਹੈ ਨਾ ਪਰ ਉਧਰ ਏਰੀਨ ਉਹ ਟੂਲ ਕਹਿ ਰਹੇ ਆ ਜੀ ਵੀ ਗਵਰਨਮੈਂਟ ਨੇ ਕੋਈ ਬੈਨ ਨਹੀਂ ਲਾਇਆ ਇੰਟਰਨੈਸ਼ਨਲ ਟਰੈਵਲ ਕਰਨ ਤੇ ਜਸਟ ਐਡਵਾਈਜ਼ ਕੀਤਾ ਸੋ ਇਸ ਕਰਕੇ ਇਹ ਆ ਵੀ ਜਿਹੜੇ ਵੈਕਸੀਨੇਟਡ ਲੋਕ ਆ ਵੀ ਉਹ ਸੇਫਰ ਆ ਉਹ ਮਤਲਬ ਇੰਟਰਨੈਸ਼ਨਲੀ ਟਰੈਵਲ ਕਰ ਵੀ ਸਕਦੇ ਆ ਪਰ ਜਿਹੜੀਆਂ ਕੰਡੀਸ਼ਨਸ ਆ ਪ੍ਰੀਕਾਸ਼ਨਸ ਆ ਜੋ ਐਡਵਾਈਜ਼ਰੀਜ਼ ਆ ਉਹ ਦੇਖ ਕੇ ਜਾਣੀ ਇਨਫੋਰਮਡ ਡਿਸੀਜਨ ਹਰ ਇੱਕ ਵਿਅਕਤੀ ਨੇ ਆਪਣਾ ਬਣਾਉਣਾ ਆ ਬਿਲਕੁਲ ਵੀ ਜਿਸ ਤਰ੍ਹਾਂ ਹੈਲਥ ਮਿਨਿਸਟਰ ਵੀ ਕਹਿੰਦੇ ਆ ਵੀ ਸਾਰੀ ਦੁਨੀਆ 'ਚ ਹੀ ਬੜੀ ਇਨਸਟੇਬਲ ਸਿਚੁਏਸ਼ਨ ਆ ਕੋਵਿਡ ਓਮੀਕਰੋਨ ਕਰਕੇ ਤੇ ਕਿਸੇ ਸਮੇਂ ਵੀ ਜਿਹੜੀ ਆ ਟਰੈਵਲ ਸਿਚੁਏਸ਼ਨ ਐਡਵਾਈਜ਼ ਸਾਡੇ ਵੀ ਐਮਪੀ ਜੇ ਕੋਈ ਜਾਣਾ ਚਾਹੇਗਾ ਆਪਣੀ ਮਰਜ਼ੀ ਨਾਲ ਜਾ ਸਕੇ ਅਸੀਂ ਰੋਕ ਨਹੀਂ ਲਾਉਂਦੇ ਜੇ ਕੋਈ ਕਨਸੀਕੁਐਂਸ ਹੋਊਗਾ ਉਹ ਵੀ ਨੈਚੁਰਲੀ ਉਹਦੇ ਸਾਹਮਣੇ ਆ ਜਾਊਗਾ ਪਰ ਉਹਨਾਂ ਨੇ ਬੈਨ ਨਹੀਂ ਲਗਾਇਆ ਜੀ ਟਰੈਵਲ ਕਰਨ ਤੇ 9058131320 ਤੁਸੀਂ ਵੀ ਕੋਈ ਵੀ ਸਵਾਲ ਜਵਾਬ ਜੌਲ ਸਾਹਿਬ ਨਾਲ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ ਜੀ ਜਾਂ ਤੁਸੀਂ ਜੌਲ ਸਾਹਿਬ ਨਾਲ ਡਾਇਰੈਕਟਲੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਐਨੀ ਟਾਈਮ ਸਾਡੇ ਸਟੂਡੀਓ ਦੇ ਵਿੱਚ ਸਾਡੇ ਕੋਲ ਨੰਬਰ ਲਿਆ ਜਾ ਸਕਦਾ ਹੈ ਪਰੰਤੂ ਆਪਾਂ ਤੁਹਾਨੂੰ ਨੰਬਰ ਫਟਾਫਟ ਦੇ ਦਿੰਦੇ ਹਾਂ ਜੀ ਤੁਸੀਂ ਐਨੀ ਟਾਈਮ ਜੌਲ ਸਾਹਿਬ ਨੂੰ ਕਾਲ ਕਰ ਸਕਦੇ ਹੋ ਉਹਨਾਂ ਦੇ WhatsApp ਗਰੁੱਪ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ 4168953784 4168953784 ਤੇ ਤੁਸੀਂ ਜੌਲ ਸਾਹਿਬ ਦੇ ਨਾਲ ਐਨੀ ਟਾਈਮ ਕੋਈ ਵੀ ਗੱਲਬਾਤ ਪਰਸਨਲ ਜਾਂ ਤੁਹਾਡੀ ਇਮੀਗ੍ਰੇਸ਼ਨ ਦੀ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਤੁਹਾਡੇ ਕੋਲ ਕੋਈ ਨਿਊਜ਼ ਹੈ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਵਿਦ ਪ੍ਰੂਫ ਤਾਂ ਜੌਲ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਅਰਸ਼ਮੇਤ ਥੈਂਕ ਯੂ ਸੋ ਮਚ ਜੌਲ ਸਾਹਿਬ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ